ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਰਾਜਾ ਫਤਿਹ ਚੰਦ ਮੈਣੀ ਪਟਨੇ ਦਾ ਰਾਜਾ ਸੀ। ਇਹ ਖੱਤਰੀ ਸੀ। ਇਸ ਦੀ ਜਾਤ ਮੈਣੀ ਸੀ। ਬਹੁਤ ਭੌਆਂ ਦਾ ਮਾਲਕ ਸੀ। ਇਹ ਫੌਜਾਂ ਵਾਲਾ ਰਾਜਾ ਨਹੀਂ ਸੀ। ਵੱਡਾ ਜ਼ਿਮੀਂਦਾਰ ਭੌਆਂ ਵਾਲਾ ਤੇ ਪੈਸੇ ਵਾਲਾ ਹੋਣ ਕਰਕੇ ਇਸ ਨੂੰ ਸਰਕਾਰ ਵੱਲੋਂ ਰਾਜਾ ਕਰਕੇ ਲਿਖਿਆ ਜਾਂਦਾ ਸੀ। ਸਰਕਾਰ ਵੱਲੋਂ ਇਹ ਅੱਖਰ ਉਸ ਦੇ ਨਾਂ ਨਾਲ ਲਿਖਣ ਤੇ ਬੋਲਣ ਦਾ ਹੁਕਮ ਜਾਰੀ ਹੋ ਗਿਆ ਸੀ। ਇਹ ਰਾਜਾ ਤੇ ਇਸ ਦੀ ਵਹੁਟੀ ਬੜੇ ਭਲੇ ਲੋਕ ਸਨ। ਇਸੇ ਤਰ੍ਹਾਂ ਦਾ ਹੀ ਰਾਜਾ ਸ਼ਿਵਦੱਤ ਸੀ। ਉਹ ਬ੍ਰਾਹਮਣ ਸੀ। ਇਹਨਾਂ ਦੋਹਾਂ ਦਾ ਆਪਸ ਵਿੱਚ ਬਹੁਤ ਪਿਆਰ ਸੀ। ਪਰ ਫਤਿਹ ਚੰਦ ਖੱਤਰੀ ਹੋਣ ਕਰਕੇ ਸ਼ਿਵਦੱਤ ਬ੍ਰਾਹਮਣ ਦਾ ਅਦਬ ਰੱਖਦਾ ਸੀ ਤੇ ਮੱਥਾ ਟੇਕਦਾ ਹੁੰਦਾ ਸੀ। ਫਤਿਹ ਚੰਦ ਦੇ ਘਰ ਔਲਾਦ ਨਹੀਂ ਸੀ। ਉਹ ਸੋਚਦਾ ਹੁੰਦਾ ਸੀ ਕਿ ਮੇਰੇ ਮਰ ਜਾਣ ਮਗਰੋਂ ਮੇਰੀਆਂ ਭੌਆਂ, ਪੈਸੇ, ਮਾਲ ਮਿਲਖ ਕੌਣ ਸਾਂਭੇਗਾ। ਸੋ ਕਦੇ ਕਦੇ ਸ਼ਿਵਦੱਤ ਨੂੰ ਕਹਿੰਦਾ ਹੁੰਦਾ ਸੀ ਕਿ ਮੇਰੇ ਲਈ ਭਗਵਾਨ ਨੂੰ ਆਖ ਜੋ ਮੈਨੂੰ ਇੱਕ ਪੁੱਤ ਦੇ ਦੇਵੇ। ਸ਼ਿਵਦੱਤ ਆਖੇ, ਰਾਜਾ ਮੈਂ ਤਾਂ ਬਥੇਰਾ ਜ਼ੋਰ ਲਾਇਆ ਹੈ ਪਰ ਪੇਸ਼ ਕੋਈ ਨਹੀਂ ਜਾਂਦੀ। ਹੁਣ ਸ਼ਿਵਦੱਤ ਨੇ ਰਾਜੇ ਨੂੰ ਆਖਿਆ, ਭਾਈ ਭਗਵਾਨ ਤੇ ਹੁਣ ਧਰਤੀ ਤੇ ਰੂਪ ਵਾਲਾ ਹੋ ਕੇ ਆ ਗਿਆ ਹੈ। ਮੈਨੂੰ ਸਮਾਧੀ ਵਿੱਚ ਹੀ ਦਿਸ ਪਿਆ ਤੇ ਮੈਂ ਅੱਖਾਂ ਨਾਲ ਵੇਖ ਕੇ ਪੂਰੀ ਤਰ੍ਹਾਂ ਨਿਸ਼ਾ ਖਾਤਰ ਵੀ ਕਰ ਲਈ ਹੈ। ਕੋਈ ਰਤੀ ਰਿਵਾਜ ਜਿੰਨਾ ਵੀ ਸ਼ੁਭਾ ਮੈਨੂੰ ਨਹੀਂ ਰਿਹਾ। ਪੰਡਤ ਸ਼ਿਵਦੱਤ ਸੱਚੇ ਪਾਤਸ਼ਾਹ ਗੋਬਿੰਦ ਰਾਏ ਜੀ ਦੀ ਗੱਲ ਕਰ ਰਹੇ ਸਨ। ਪੰਡਤ ਜੀ ਸਾਹਿਬਜ਼ਾਦੇ ਨੂੰ ਬਾਲਾ ਪ੍ਰੀਤਮ ਕਿਹਾ ਕਰਦੇ ਸਨ। ਸੋ ਉਹਨਾਂ ਨੇ ਫਤਿਹ ਚੰਦ ਨੂੰ ਨਾਮ ਦੱਸ ਦਿੱਤਾ, ਪਰ ਘਰ ਪਤਾ ਕੁਝ ਨਾ ਦੱਸਿਆ। ਜਦ ਉਸਨੇ ਪੁੱਛਿਆ ਤਾਂ ਕਹਿਣ ਲੱਗਾ, ਤੁਸੀਂ ਦੋਏ ਜੀ ਉਹਨਾਂ ਨੂੰ ਯਾਦ ਕਰਿਆ ਕਰੋ। ਅੱਖਾਂ ਮੀਟ ਕੇ ਬੈਠੋ। ਜੋ ਮੰਗਣਾ ਚਾਹੋ ਮੰਗਿਆ ਕਰੋ। ਉਹ ਮੰਗ ਪੂਰੀ ਕਰਨਗੇ ਤੇ ਆਪੇ ਤੁਸਾਂ ਨੂੰ ਆ ਕੇ ਮਿਲਣਗੇ। ਸੋ ਹੁਣ ਤੋਂ ਫਤਿਹ ਚੰਦ ਤੇ ਉਸ ਦੀ ਵਹੁਟੀ ਨੇ ਬਾਲਾ ਪ੍ਰੀਤਮ ਦਾ ਨਾਮ ਲੈਣਾ, ਅੱਖਾਂ ਮੀਟ ਕੇ ਬੈਠ ਕੇ ਮਿੰਨਤਾਂ ਕਰਨੀਆਂ, ਆਓ ਦਰਸ਼ਨ ਦਿਓ, ਪੁੱਤਰ ਬਖਸ਼ੋ, ਬਾਲਾ ਪ੍ਰੀਤਮ ਜੀ ਆਓ ਆਓ। ਇਸ ਤਰ੍ਹਾਂ ਸ਼ਿਵਦੱਤ ਦੇ ਇਹ ਨਾਮ ਲੈਣ ਨਾਲ ਸਤਿਗੁਰੂ ਜੀ ਦੇ ਸੋਹਣੇ ਬਾਲਕੇ ਦਾ ਨਾਮ ਲੋਕਾਂ ਦੇ ਸੱਦਣ ਵਿੱਚ ਬਾਲਾ ਪ੍ਰੀਤਮ ਵੀ ਪੈ ਗਿਆ ਸੀ। ਆਪਣੇ ਘਰ ਸੋਹਣੇ ਮੰਦਰ ਵਿੱਚ ਬੈਠੇ ਹੋਏ ਕਿੰਨਾ ਚਿਰ ਰਾਜਾ ਰਾਣੀ ਬੇਨਤੀਆਂ ਕਰਦੇ ਰਹੇ, ਪਰ ਨਾ ਤਾਂ ਬਾਲਾ ਪ੍ਰੀਤਮ ਜੀ ਆਏ, ਨਾ ਉਹਨਾਂ ਦੇ ਘਰ ਕੋਈ ਬਾਲ ਜੰਮਿਆ। ਇੱਕ ਦਿਨ ਫਤਿਹ ਚੰਦ ਨੇ ਆਪਣੀ ਵਹੁਟੀ ਨੂੰ ਕਿਹਾ ਕਿ ਭਾਗਵਾਨੇ, ਮੈਂ ਤਾਂ ਹੁਣ ਪੁੱਤ ਕੋਈ ਨਹੀਂ ਮੰਗਦਾ। ਮੈਂ ਤਾਂ ਬਾਲਾ ਪ੍ਰੀਤਮ ਤੇ ਉਹਨਾਂ ਦਾ ਦਰਸ਼ਨ ਮੰਗਦਾ ਹਾਂ। ਜੇ ਉਹ ਇੱਕ ਵਾਰੀ ਮੈਨੂੰ ਦਿਸ ਪੈਣ ਤਾਂ ਮੈਂ ਮੱਥਾ ਟੇਕ ਲਵਾਂ। ਮੇਰਾ ਭਰੋਸਾ ਵੱਜ ਗਿਆ ਹੈ ਕਿ ਮੈਂ ਜੋ ਮੱਥਾ ਚਰਨਾਂ ਨੂੰ, ਸੋਹਣੇ ਸੋਹਣੇ ਕਦਮਾਂ ਨੂੰ ਲਾ ਲਿਆ ਤਾਂ ਮੈਂ ਦੁਨੀਆ ਵਿੱਚ ਸੁਖੀ ਹੋ ਜਾਵਾਂਗਾ ਤੇ ਮਰ ਕੇ ਅੱਗੇ ਜਾ ਕੇ ਵੀ ਸੁਖੀ ਰਹਾਂਗਾ। ਕੀ ਕਰਨਾ ਹੈ ਪੁੱਤ ਨੂੰ ਤੇ ਦੌਲਤ ਨੂੰ, ਸਭੇ ਕੁਝ ਤਾਂ ਛੱਡ ਜਾਈਦਾ ਹੈ। ਇਹ ਗੱਲਾਂ ਸੁਣ ਕੇ ਫਤਿਹ ਚੰਦ ਮੈਣੀ ਦੀ ਵਹੁਟੀ, ਜਿਸ ਨੂੰ ਮੈਣੀਆਣੀ ਆਖਦੇ ਸਨ, ਉਸਨੇ ਵੀ ਪੁੱਤਰ ਦੀ ਮੰਗ ਛੱਡ ਦਿੱਤੀ। ਹੁਣ ਡਾਢੇ ਪਿਆਰ ਵਿੱਚ ਬੈਠ ਕੇ ਬਾਲਾ ਪ੍ਰੀਤਮ ਜੀ ਦਾ ਦਰਸ਼ਨ ਮੰਗਿਆ ਕਰਦੇ ਸਨ। ਬਾਲਾ ਪ੍ਰੀਤਮ ਨਾਮ ਸ਼ਿਵਦੱਤ ਨੇ ਕਿਉਂ ਰੱਖਿਆ ਸੀ? ਪ੍ਰੀਤਮ ਆਖਦੇ ਹਨ ਡਾਢੇ ਪਿਆਰ ਨੂੰ। ਭਗਤ ਲੋਕ ਰੱਬ ਜੀ ਨੂੰ ਪ੍ਰੀਤਮ ਕਰਕੇ ਹੀ ਬੋਲਦੇ ਹਨ। ਸਭ ਤੋਂ ਵੱਧ ਜੋ ਪਿਆਰਾ ਹੋਇਆ, ਤੇ ਬਾਲਾ ਆਖਦੇ ਹਨ ਬਾਲਕ ਨੂੰ, ਨਿੱਕੇ ਜਿਹੇ ਨੂੰ। ਨਾਲੇ ਫਾਰਸੀ ਵਾਲੇ ਬਾਲਾ ਵੱਡੇ ਨੂੰ ਆਖਦੇ ਹਨ। ਸ਼ਿਵਦੱਤ ਆਖਦਾ ਸੀ ਬਾਲਾ ਕਿ ਦਿਸਦੇ ਹਨ ਨਿੱਕੇ ਜਿਹੇ ਬਾਲਕੇ, ਪਰ ਹੈਨ ਸਭ ਤੋਂ ਉੱਚੇ ਤੇ ਵੱਡੇ। ਇਸ ਕਰਕੇ ਆਖਦੇ ਸੀ ਬਾਲਾ ਪ੍ਰੀਤਮ। ਸੋ ਇਸ ਤਰ੍ਹਾਂ ਰਾਜਾ ਫਤਿਹ ਚੰਦ ਤੇ ਉਸ ਦੀ ਰਾਣੀ ਦੋਨੋਂ ਹੀ ਗੁਰੂ ਜੀ ਨੂੰ ਯਾਦ ਕਰਿਆ ਕਰਨ ਤੇ ਇਹੋ ਨਾ ਲੈ ਲੈ ਕੇ ਆਵਾਜ਼ਾਂ ਮਾਰਨ। ਜਦ ਅੱਖਾਂ ਮੀਟ ਕੇ ਚੁੱਪਚਾਪ ਧਿਆਨ ਲਾ ਕੇ ਬੈਠਣ, ਤਦ ਵੀ ਇਹੋ ਦੋ ਅੱਖਰ ਬਾਲਾ ਪ੍ਰੀਤਮ ਕਹਿ ਕਹਿ ਕੇ ਮਨ ਦੀ ਮੰਗ ਮੰਗੀ ਜਾਣ। ਪਰ ਹੁਣ ਮੰਗ ਇੱਕੋ ਸੀ, ਦਰਸ਼ਨ ਦਿਓ। ਇੱਕ ਦਿਨ ਫਤਿਹ ਚੰਦ ਤੇ ਰਾਣੀ ਅੱਖਾਂ ਨੂਟ ਕੇ ਬਾਲਾ ਪ੍ਰੀਤਮ ਦਾ ਧਿਆਨ ਜੋੜਦੇ ਮਸਤ ਹੋ ਗਏ, ਜਿਵੇਂ ਹੋਸ਼ ਹੀ ਨਹੀਂ ਰਹਿੰਦੀ। ਪਰ ਇਹ ਹੋਸ਼ ਇੰਨੀ ਕੁ ਸੀ ਕਿ ਦਰਸ਼ਨ ਦਿਓ। ਅਚਾਨਕ ਕੀ ਹੋਇਆ ਕਿ ਰਾਣੀ ਦੇ ਗਲੇ ਗਲਵਕੜੀ ਪੈ ਗਈ ਤੇ ਗੋਦੀ ਵਿੱਚ ਕੋਈ ਬਾਲਕ ਬੈਠ ਗਿਆ ਤੇ ਇਸ ਬਾਲਕ ਨੇ ਡਾਢੀ ਮਿੱਠੀ ਸੱਦ ਕੰਨ ਵਿੱਚ ਦਿੱਤੀ, ਮਾਂ। ਰਾਣੀ ਦੇ ਕੰਨਾਂ ਵਿੱਚ ਮਾਂ ਮਾਂ ਅੱਖਰ ਗੂੰਜ ਪਿਆ।
ਤਰਬਕ ਕੇ ਅੱਖ ਖੁੱਲ੍ਹ ਗਈ। ਨੀਝ ਲਾ ਲਾ ਅੱਖਾਂ ਪਟ-ਪਟ ਵੇਖੇ ਤਾਂ ਕੀ ਵੇਖੇ ਕਿ ਬਾਲਾ ਪ੍ਰੀਤਮ ਜੀ ਆਪ ਗੋਦੀ ਵਿੱਚ ਆ ਬੈਠੇ ਹਨ ਤੇ ਉਸ ਨੂੰ ਮਾਂ ਕਹਿ ਰਹੇ ਹਨ। ਵੇਖੋ ਬਈ, ਨਾਲੇ ਤਾਂ ਬਾਲਾ ਪ੍ਰੀਤਮ ਦੇ ਦਰਸ਼ਨ ਹੋ ਗਏ, ਨਾਲੇ ਉਹ ਪੁੱਤ ਹੋ ਕੇ ਗੋਦੀ ਵਿੱਚ ਆ ਬੈਠੇ ਹਨ। ਪੁੱਤ ਵੀ ਮਿਲ ਪਿਆ ਤੇ ਗੋਬਿੰਦ ਰੂਪ ਆਪ ਗੋਬਿੰਦ ਵੀ ਮਿਲ ਪਿਆ। ਮਾਂ ਹੁਣ ਡਾਢੇ ਸਵਾਦ ਵਿੱਚ ਸਵਾਦ ਲੈਂਦੀ ਡੁੱਬ ਗਈ। ਬਾਲਾ ਪ੍ਰੀਤਮ ਨਾਲ ਖੇਡਦੇ ਖੇਡਦੇ ਕਈ ਮੁੰਡੇ ਹੋਰ ਆਏ ਸਨ। ਉਹ ਬਾਹਰ ਵਿਹੜੇ ਵਿੱਚ ਖੜ੍ਹੇ ਇਹ ਕੌਤਕ ਵੇਖ ਕੇ ਕਿਸੇ ਅਦਬ ਵਿੱਚ ਆਏ, ਚੁੱਪ ਖੜੋਤੇ ਸਨ। ਇੰਨੇ ਨੂੰ ਪੰਡਿਤ ਸ਼ਿਵਦੱਤ ਜੀ ਆ ਗਏ। ਉਹਨਾਂ ਨੂੰ ਉਹ ਸਵਾਦ ਆਇਆ ਕਿ ਖੜ੍ਹੇ ਹੋ ਗਏ ਤੇ ਗਾਉਣ ਲੱਗ ਪਏ, ਤੂੰ ਹੀ ਤੂੰ ਹੀ, ਤੂੰ ਹੀ ਤੂੰ ਹੀ, ਤੂੰ ਹੀ ਤੂੰ ਹੀ। ਹੁਣ ਬਾਲਾ ਪ੍ਰੀਤਮ ਜੀ ਉੱਠੇ, ਖੜ੍ਹੇ ਹੋ ਗਏ ਤੇ ਡਾਢੀ ਮਿੱਠੀ ਸੁਰ ਵਿੱਚ ਬੋਲਣ ਲੱਗ ਪਏ, ਜਿਵੇਂ ਮਿੱਠਾ ਮਿੱਠਾ ਰਾਗ ਹੁੰਦਾ ਹੈ, ਤੂੰ ਹੀ ਤੂੰ ਹੀ, ਤੂੰ ਹੀ ਤੂੰ ਹੀ, ਤੂੰ ਹੀ ਤੂੰ ਹੀ। ਥੋੜ੍ਹਾ ਚਿਰ ਇਹੋ ਸਵਾਦ ਬੱਝਾ ਰਿਹਾ। ਸਾਰੇ ਸਮਝ ਗਏ ਕਿ ਇਹ ਬਾਲਕ ਨਹੀਂ, ਇਹ ਰੱਬ ਜੀ ਦਾ ਆਪਣਾ ਪੁੱਤਰ ਹੈ। ਪਰ ਬਾਲਾ ਪ੍ਰੀਤਮ ਜੀ ਹੁਣ ਆਪਣੇ ਬਾਲਾਂ ਵਾਲੇ ਰੰਗ ਵਿੱਚ ਆ ਗਏ। ਮੈਣਿਆਣੀ ਨੂੰ ਕਹਿਣ ਲੱਗੇ, ਮਾਂ ਭੁੱਖ ਲੱਗੀ ਹੈ। ਰਾਣੀ ਨੇ ਆਦਮੀ ਨੂੰ ਕਿਹਾ, ਬਾਹਰੋਂ ਮਠਿਆਈ ਲਿਆ। ਪਰ ਬਾਲਾ ਪ੍ਰੀਤਮ ਜੀ ਨੇ ਕਿਹਾ, ਅੰਦਰ ਪੂਰੀ ਛੋਲੇ ਪਏ ਹਨ, ਉਹ ਖਾਸਾਂ। ਰਾਣੀ ਨੂੰ ਚੇਤਾ ਆ ਗਿਆ ਕਿ ਪੂਰੀ ਛੋਲੇ ਅੰਦਰ ਪਏ ਹਨ। ਝੱਟ ਉੱਠੀ ਤੇ ਅੰਦਰੋਂ ਸਾਰੇ ਛੋਲੇ ਪੂਰੀਆਂ ਚੱਕ ਲਿਆਈ। ਬਾਲਾ ਪ੍ਰੀਤਮ ਜੀ ਇਉਂ ਪਏ ਜਿਵੇਂ ਕੋਈ ਭੁੱਖਾ ਬਾਲ ਪੈਂਦਾ ਹੈ। ਪਰ ਬਾਲਾ ਪ੍ਰੀਤਮ ਜੀ ਨੇ ਪੂੜੀਆਂ ਛੋਲੇ ਲੈ ਕੇ ਪਹਿਲਾਂ ਆਪ ਨਹੀਂ ਖਾਧੇ, ਉਹ ਵਰਤਾਉਣ ਲੱਗ ਪਏ। ਪਹਿਲੇ ਪੰਡਿਤ ਜੀ ਨੂੰ ਦਿੱਤੇ, ਫਿਰ ਰਾਜਾ ਫਤਿਹ ਚੰਦ ਮੈਣੀ ਨੂੰ ਦਿੱਤੇ, ਜੋ ਆਪ ਦੇ ਚੋਜ ਨੂੰ ਵੇਖ ਵੇਖ ਕੇ ਨਿਹਾਲ ਹੋ ਰਿਹਾ ਸੀ ਤੇ ਸਦਕੇ ਸਦਕੇ ਪਿਆ ਹੁੰਦਾ ਸੀ। ਕਦੇ ਪੈਰਾਂ ਨੂੰ ਹੱਥ ਲਾ ਲਾ ਆਪਣੇ ਮੱਥੇ ਨੂੰ ਲਾਉਂਦਾ ਸੀ। ਉਸਨੇ ਇਹ ਪਦਾਰਥ ਬਾਲਾ ਪ੍ਰੀਤਮ ਜੀ ਦੇ ਹੱਥੋਂ ਲੈ ਕੇ ਸ਼ੁਕਰ ਸ਼ੁਕਰ ਆਖਿਆ। ਉਧਰ ਬਾਲਾ ਪ੍ਰੀਤਮ ਜੀ ਨੇ ਪੰਗਤ ਲਵਾ ਕੇ ਜਿਹੜੇ ਕੁਝ ਬਾਲ ਕੇ ਨਾਲ ਆਏ ਸਨ, ਉਹਨਾਂ ਵਿੱਚ ਪੂਰੀ ਛੋਲੇ ਵਰਤਾਏ। ਸਾਰਿਆਂ ਵਿੱਚ ਵਰਤਾ ਕੇ ਇੱਕ ਪੂਰੀ ਤੇ ਕੁਝ ਛੋਲੇ ਹੱਸ ਹੱਸ ਕੇ ਆਪ ਖਾਧੇ। ਆਖੇ, ਹਾਂ ਸਵਾਦ ਨੂੰ, ਕਿਹੜੇ ਸਵਾਦ ਨੂੰ। ਬਾਲਾ ਪ੍ਰੀਤਮ ਜੀ ਫਤਿਹ ਚੰਦ ਦੇ ਘਰ ਬਹੁਤ ਵੇਰੀ ਆਉਂਦੇ ਜਾਂਦੇ ਸਨ। ਕਦੇ ਤਾਂ ਰੋਜ਼ ਹੀ ਫੇਰਾ ਪਾਉਂਦੇ ਸਨ। ਇਹਨਾਂ ਦੇ ਘਰ ਬਾਲ ਕੇ ਸਾਥੀਆਂ ਤੋਂ ਛੁੱਟ ਸਿੱਖ ਵੀ ਆਉਂਦੇ ਅਤੇ ਸੰਗਤਾਂ ਵੀ ਆ ਕੇ ਜੁੜਦੀਆਂ ਸਨ। ਕਈ ਵਾਰੀ ਇੱਥੇ ਸ਼ਾਮ ਵੇਲੇ ਦੀਵਾਨ ਲੱਗਦਾ, ਉਧਰ ਘਰ ਵੀ ਦੀਵਾਨ ਲੱਗਦਾ ਤੇ ਸਾਹਿਬਜ਼ਾਦੇ ਦੀ ਉਡੀਕ ਹੁੰਦੀ ਰਹਿੰਦੀ। ਜਦ ਤੱਕ ਆਪ ਘਰ ਨਾ ਪਹੁੰਚਦੇ, ਉੱਥੇ ਰਹਿਰਾਸ ਸਾਹਿਬ ਦਾ ਦੀਵਾਨ ਤਾਂ ਲੱਗਦਾ ਪਰ ਪਾਠ ਨਾ ਕਰਦੇ। ਸਾਰੇ ਸਾਹਿਬਜ਼ਾਦੇ ਜੀ ਨੂੰ ਉਡੀਕਦੇ ਰਹਿੰਦੇ। ਤਦ ਤੋਂ ਹੀ ਲੋਕੀ ਦੱਸਦੇ ਹਨ ਕਿ ਪਟਨੇ ਸਾਹਿਬ ਦੇ ਇਸ ਗੁਰਦੁਆਰੇ ਵਿੱਚ, ਜਿਸ ਨੂੰ ਤਖਤ ਸਾਹਿਬ ਕਹਿੰਦੇ ਹਨ, ਰਹਿਰਾਸ ਸਾਹਿਬ ਦਾ ਪਾਠ 2-4 ਘੜੀ ਸੰਧਿਆ ਗਈ ਤੇ ਹੋਣ ਦਾ ਰਿਵਾਜ਼ ਪੈ ਗਿਆ ਹੈ। ਜਦੋਂ ਸਾਹਿਬਜ਼ਾਦੇ ਜੀ ਮੈਣੀ ਦੇ ਘਰ ਜਾਂਦੇ ਤਾਂ ਉਸ ਦੀ ਵਹੁਟੀ ਤਲੇ ਹੋਏ ਛੋਲੇ ਤੇ ਪੂਰੀ ਭੇਟਾ ਕਰਦੀ ਤੇ ਦੁੱਧ ਵੀ ਅੱਗੇ ਰੱਖਦੀ। ਇਹ ਬੀਬੀ ਬਾਲਾ ਪ੍ਰੀਤਮ ਜੀ ਨੂੰ ਆਪਣਾ ਪਿਆਰਾ ਪੁੱਤਰ ਹੀ ਸਮਝਦੀ ਸੀ। ਸਾਰੇ ਬਾਲਕੇ ਜੋ ਖੇਡਦੇ ਨਾਲ ਜਾਂਦੇ, ਸਭ ਨੂੰ ਪੂਰੀ ਛੋਲੇ ਖਵਾਲਦੀ। ਸਾਹਿਬਜ਼ਾਦੇ ਜੀ ਨੂੰ ਸੋਹਣੇ ਸੋਹਣੇ ਕੱਪੜੇ ਪਾਉਂਦੀ। ਖੇਡਣ ਦੇ ਖਿਡੌਣੇ, ਤੀਰ ਕਮਾਨ, ਗੱਲ ਕੀ ਜਿਸ ਜਿਸ ਚੀਜ਼ ਵਿੱਚ ਉਹ ਵੇਖਦੀ ਕਿ ਸਾਹਿਬਜ਼ਾਦੇ ਜੀ ਦਾ ਦਿਲ ਲੱਗ ਕੇ ਖੁਸ਼ੀ ਹੁੰਦੀ ਹੈ, ਉਹ ਸ਼ਹਿ ਲਾਡਾ ਨਾਲ ਲਿਆ ਅੱਗੇ ਧਰਦੀ। ਦੋਨੋਂ ਵਹੁਟੀ ਗੱਭਰੂ ਆਪ ਜੀ ਨੂੰ ਗੁਰੂ ਜੀ ਦਾ ਸਾਹਿਬਜ਼ਾਦਾ ਸਮਝ ਕੇ ਪੂਜਾ ਵੀ ਕਰਦੇ ਅਤੇ ਪੁੱਤਰ ਵਾਲਾ ਪਿਆਰ ਤੇ ਲਾਡ ਵੀ ਕਰਦੇ। ਵੇਖੋ ਉਹਨਾਂ ਦੇ ਪਿਆਰ ਦਾ ਫਲ, ਉਹਨਾਂ ਨੇ ਆਪਣਾ ਘਰ ਗੁਰਦੁਆਰਾ ਬਣਾ ਦਿੱਤਾ। ਜੋ ਹੁਣ ਤੱਕ ਗੁਰਦੁਆਰਾ ਹੈ, ਉਸ ਨੂੰ ਮੈਣੀ ਸੰਗਤ ਆਖਦੇ ਹਨ ਤੇ ਉਦੋਂ ਦੀ ਪਈ ਚਾਲ ਵਾਂਗੂ ਅੱਜ ਤੱਕ ਉੱਥੇ ਪੂਰੀ ਅਤੇ ਚਣਿਆਂ ਦਾ ਪ੍ਰਸ਼ਾਦ ਵਰਤਦਾ ਹੈ। ਚਣੇ ਉਸ ਪਾਸੇ ਛੋਲਿਆਂ ਨੂੰ ਆਖਦੇ ਹਨ। ਮੈਣੀ ਦੇ ਘਰ ਵਿੱਚ ਸਾਹਿਬਜ਼ਾਦੇ ਬਹੁਤ ਖੁਸ਼ ਹੋ ਕੇ ਖੇਡਦੇ ਤੇ ਕਿੰਨਾ ਚਿਰ ਖੇਡਦੇ। ਉਹਨਾਂ ਦੇ ਘਰ ਵਿੱਚ ਜੋ ਬਗੀਚੀ ਸੀ, ਉਸ ਵਿੱਚ ਮਾਲੀਆਂ ਨਾਲ ਕੰਮ ਵਿੱਚ ਲੱਗ ਪੈਂਦੇ। ਇੱਕ ਦਿਨ ਇੱਕ ਕਲਮ ਆਪ ਨੇ ਕਰੌਂਦੇ ਦੀ ਇਸ ਬਾਗ ਵਿੱਚ ਗੱਡ ਦਿੱਤੀ। ਉਹ ਪੁੰਗਰ ਪਈ ਤੇ ਬੂਟਾ ਬਣ ਗਈ। ਇਹ ਬੂਟਾ ਹੁਣ ਤੱਕ ਖੜਾ ਹੈ ਤੇ ਇਸ ਨੂੰ 12 ਮਾਸੀ ਕਰੌਂਦੇ ਲੱਗਦੇ ਸੁਣੀਦੇ ਹਨ। 12 ਮਾਸੀ ਉਸ ਨੂੰ ਕਹਿੰਦੇ ਹਨ ਜੋ ਇੱਕ ਰੁੱਤ ਹੀ ਫਲ ਨਾ ਦੇਵੇ, ਸਗੋਂ ਜਿਸ ਨੂੰ ਹਰ ਰੁੱਤੇ ਫੁੱਲ ਫਲ ਪੈਂਦੇ ਹੀ ਰਹਿਣ। ਸਾਧ ਸੰਗਤ ਜੀ, ਇਸ ਪਵਿੱਤਰ ਸਥਾਨ ਦੀ ਐਸੀ ਮਾਨਤਾ ਹੈ
ਕਿ ਅੱਜ ਵੀ ਜਦੋਂ ਪੂਰੀਆਂ ਛੋਲਿਆਂ ਦਾ ਲੰਗਰ ਵਰਤਾਇਆ ਜਾਂਦਾ ਹੈ ਤਾਂ ਧੰਨ ਗੋਬਿੰਦ ਰਾਏ ਜੀ ਗੁਪਤ ਰੂਪ ਵਿੱਚ ਆ ਕੇ ਪੂਰੀਆਂ ਛੋਲਿਆਂ ਦਾ ਲੰਗਰ ਛਕ ਕੇ ਜਾਂਦੇ ਹਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।